ਹੈਲੋ एवरीवन गुड मॉर्निंग। ਅੱਜ ਆਪਾਂ ਨਿਊ ਟੌਪਿਕ ਸਟਾਰਟ ਕਰ ਰਹੇ ਹਾਂ। ਮਤਲਬ ਜਿਹੜੇ ਪੁਆਇੰਟਸ ਰਹਿ ਗਏ ਸੀ ਆਈ ਗੈਸ ਰਾਈਟ ਇਸ਼ੂਜ਼ ਕੀ ਹੁੰਦੇ ਨੇ। ਇਹ ਆਪਾਂ ਐਗਜ਼ਿਸਟਿੰਗ ਸ਼ੇਅਰ ਹੋਲਡਰਸ ਨੂੰ ਪ੍ਰੋਵਾਈਡ ਕਰਦੇ ਹਾਂ। ਠੀਕ ਹੈ, ਮੈਂ ਹੁਣ ਬਰੀਫ ਚ ਪੜਾਉਂਗੀ। ਮੈਂ ਇੱਕ ਲਾਈਨ ਦਾ ਪੁਆਇੰਟ ਨਹੀਂ ਪੜਾਉਣ ਲੱਗੀ, ਨਹੀਂ ਆਪਣਾ ਸਿਲੇਬਸ ਨਹੀਂ ਕੰਪਲੀਟ ਹੋਣਾ ਫਿਰ। ਠੀਕ ਹੈ, ਐਗਜ਼ਿਸਟਿੰਗ ਸ਼ੇਅਰ ਹੋਲਡਰਸ ਨੂੰ ਆਪਾਂ ਪ੍ਰੋਵਾਈਡ ਕਰਦੇ ਹਾਂ ਉੱਪਰ ਉਨੇ ਹੀ ਸ਼ੇਅਰ ਤੇ ਪ੍ਰਪੋਰਸ਼ਨ ਆਫ ਸ਼ੇਅਰਸ ਤੇ ਜਿੰਨਾ ਤੇ ਆਪਾਂ ਨੇ ਹੈਲਡ ਕੀਤੇ ਹੋਏ ਆ। ਸਪੋਜ਼ ਆਪਣੇ ਐਗਜ਼ਿਸਟਿੰਗ ਸ਼ੇਅਰ ਹੋਲਡਰਸ ਨੇ 10,000 ਹੈ, ਆਪਾਂ ਨੇ ਨਿਊ ਸ਼ੇਅਰਸ ਕੋਈ ਲਾਂਚ ਕੀਤੇ ਨੇ ਆਪਣੀ ਕੰਪਨੀ ਦੇ ਵਿੱਚ। ਜਿਹੜੇ ਐਗਜ਼ਿਸਟਿੰਗ ਸ਼ੇਅਰ ਹੋਲਡਰਸ ਆ 1/10th ਸ਼ੇਅਰ ਹੋਲਡ ਕਰ ਰਹੇ ਨੇ ਆਪਣੀ ਕੰਪਨੀ ਦਾ। ਤਾਂ ਆਪਾਂ ਨੇ ਸਪੋਜ਼ 5,000 ਸ਼ੇਅਰ ਮਤਲਬ ਨਿਊ ਇਸ਼ੂ ਕੀਤੇ ਨੇ। ਤਾਂ ਕੀ ਹੁੰਦਾ 1/10 ਸ਼ੇਅਰ ਪ੍ਰਪੋਰਸ਼ਨ ਦਾ ਹੀ ਸ਼ੇਅਰ ਜਿਹੜਾ ਐਗਜ਼ਿਸਟਿੰਗ ਸ਼ੇਅਰ ਹੋਲਡਰਸ ਨੂੰ ਮਿਲੇਗਾ, ਅਦਰਵਾਈਜ਼ ਹੋਰ ਸ਼ੇਅਰ ਹੋਲਡਰਸ ਨੂੰ ਨਹੀਂ ਮਿਲੇਗਾ। ਜਿਹੜੇ EIPOs ਹੋ ਗਏ, ਜਿਵੇਂ ਇਲੈਕਟ੍ਰੋਨਿਕ ਇਨੀਸ਼ੀਅਲ ਪਬਲਿਕ ਆਫਰਸ। ਇਲੈਕਟ੍ਰੋਨਿਕ ਇਨੀਸ਼ੀਅਲ ਪਬਲਿਕ ਆਫਰਸ ਦਾ ਮਤਲਬ ਕੀ ਹੈ? ਪਹਿਲਾਂ ਤਾਂ ਸਾਰਾ ਕੰਮ ਹੁੰਦਾ ਸੀਗਾ, ਸਾਰਾ ਪੇਪਰ ਵਰਕ ਹੁੰਦਾ ਸੀ। ਹੁਣ ਕੀ ਹੋਣ ਲੱਗ ਗਿਆ? ਆਨਲਾਈਨ ਐਕਸਚੇਂਜ ਹੋਣ ਲੱਗ ਗਿਆ ਥਰੂ ਸਟਾਕ ਐਕਸਚੇਂਜਸ। ਸੇਬੀ ਹੀ ਇਸ ਨੂੰ ਆਫਰ ਕਰਦੀ ਹੈ, ਮਤਲਬ ਪ੍ਰੋਵਾਈਡ ਕਰਦੀ ਹੈ ਪਲੈਟਫਾਰਮ। ਠੀਕ ਹੈ, ਜਿਹੜੇ ਬਸ ਇਹ ਧਿਆਨ ਰੱਖਿਓ ਜਿਹੜੀ ਪ੍ਰਾਇਮਰੀ ਮਾਰਕੀਟਸ ਹੁੰਦੀਆਂ ਨੇ ਇਹ ਨਿਊ ਇਸ਼ੂਜ਼ ਕਰਦੀਆਂ ਨੇ ਸਿਕਿਉਰਿਟੀਜ਼। ਫਿਰ ਜਿਹੜੀ ਸੈਕੰਡਰੀ ਮਾਰਕੀਟ ਹੁੰਦੀ ਹੈ, ਸੈਕੰਡਰੀ ਆਪਾਂ ਸੈਕਿੰਡ ਨੂੰ ਕਹਿੰਦੇ ਨੇ, ਸੈਕੰਡਰੀ ਮਾਰਕੀਟ ਹੁੰਦੀ ਹੈ ਜਿਹੜੀ ਐਗਜ਼ਿਸਟਿੰਗ ਮਤਲਬ ਸਿਕਿਉਰਿਟੀਜ਼ ਦੇ ਵਿੱਚ ਹੋਲਡ ਆਊਟ ਕਰਦੀ ਹੈ। ਠੀਕ ਹੈ, ਜਿਹੜੀ ਇਹ ਕੌਣ ਹੈਲਪ ਕਰਦਾ? ਸਟਾਕ ਐਕਸਚੇਂਜ ਹੈਲਪ ਕਰਦਾ ਬਾਏ ਤੇ ਸੇਲ। ਆਪਾਂ ਜਿਵੇਂ ਹੁਣ ਮੈਂ ਆ, ਕੋਈ ਪਰਸਨ ਆ ਮਾਰਕੀਟ ਦੇ ਵਿੱਚ। ਠੀਕ ਹੈ, ਸਪੋਜ਼ ਇੱਕ ਇਹ ਵਾਲਾ, ਇਹਦੇ ਕੋਲ ਸਿਕਿਉਰਿਟੀਜ਼ ਪਈਆਂ, ਇਹਦੇ ਕੋਲ ਜ਼ਿਆਦਾ ਕੈਸ਼ ਪਿਆ। ਤਾਂ ਇਹਨੂੰ ਕੀ ਚਾਹੀਦਾ? ਕੈਸ਼ ਚਾਹੀਦਾ ਇਮੀਡੀਏਟਲੀ। ਇਸ ਨੂੰ ਕੀ ਚਾਹੀਦੀ ਹੈ ਕਿ ਆਪਣੀ ਫਰਦਰ ਇਨਵੈਸਟਮੈਂਟ ਕਰਨ ਲਈ ਸਿਕਿਉਰਿਟੀਜ਼ ਚਾਹੀਦੀਆਂ ਨੇ। ਠੀਕ ਹੈ, ਕੋਈ ਕੰਪਨੀ ਦਾ ਰੋਲ ਤਾਂ ਨਹੀਂ ਹੋਇਆ ਇਹਦੇ ਵਿੱਚ ਕੀ ਸਿਰਫ 2 ਪਰਸਨਸ ਦਾ ਰੋਲ ਹੋਇਆ ਵਿਦਨ ਇੱਕ ਦੂਸਰੇ ਦੇ ਨਾਲ। ਇੱਕ ਪ੍ਰੋਪਰ ਇੱਕ ਪਲੈਟਫਾਰਮ ਦੈਟ ਇਜ਼ ਮਤਲਬ ਗਿਵਨ ਬਾਏ ਦ ਸੇਬੀ, ਦ ਸਟਾਕ ਬੋਰਡ ਆਫ ਐਕਸਚੇਂਜ ਸਿਕਿਉਰਿਟੀ, ਮਤਲਬ ਜੋ ਵੀ ਹੈ। ਠੀਕ ਹੈ, ਫਿਰ ਇਹਨੂੰ ਆਪਾਂ ਸਟਾਕ ਐਕਸਚੇਂਜ ਕਰਦੇ ਹਾਂ। ਡਿਫਰੈਂਟ ਕੰਪਨੀਜ਼ ਜਿਹੜੀਆਂ ਹੁੰਦੀਆਂ ਨੇ ਪਰਚੇਜ਼ ਕਰਦੀਆਂ, ਸੋਲਡ ਕਰਦੀਆਂ ਨੇ ਆਪਣੇ ਸਟਾਕ ਐਕਸਚੇਂਜਿਸ ਨੂੰ। ਇੰਸਟੀਟਿਊਟਸ, ਕਾਰਪੋਰੇਟ ਸੈਕਟਰਸ, ਜੋ ਵੀ। ਠੀਕ ਹੈ, ਸੈਕੰਡਰੀ ਮਾਰਕੀਟ ਹੈਲਪਸ ਇਨ ਦ ਟ੍ਰਾਂਸਫਰ ਆਫ ਓਨਰ ਆਫ ਸਿਕਿਉਰਿਟੀਜ਼। ਹੁਣ ਇਹਦੇ ਕੋਲ ਸਿਕਿਉਰਿਟੀ ਸੀਗੀ, ਹੁਣ ਇਹਨੂੰ ਕੈਸ਼ ਦੀ ਜ਼ਰੂਰਤ ਹੈ, ਇਹਨੇ ਕੈਸ਼ ਲੈ ਲਿਆ, ਸਿਕਿਉਰਿਟੀਜ਼ ਇਹਦੇ ਕੋਲ ਚਲੀ ਗਈਆਂ। ਠੀਕ ਹੈ, buyers and sellers for securities and stock exchanges help in completing these transactions. The investors have the option of selling the securities as well as switching over securities. ਇਹ ਆਪਣੀ ਵੇਟ ਵੀ ਕਰ ਸਕਦੇ ਕਿ ਸਪੋਜ਼ ਅਗਰ ਕੋਈ, ਜਿਵੇਂ ਹੁਣ ਦੇਖਦੇ ਨਾ ਆਪਾਂ ਸੇਬੀ ਸਟਾਕ ਬੋਰਡ ਆਫ ਐਕਸਚੇਂਜ ਦੇ ਵਿੱਚ ਆਪਣੇ ਪ੍ਰਾਈਸ ਹੁੰਦੇ ਆ ਵੀ ਹੁਣ ਸ਼ੇਅਰਸ ਦੇ ਪ੍ਰਾਈਸ ਰਾਈਜ਼ ਹੋ ਗਏ, ਸਿਕਿਉਰਿਟੀਜ਼ ਦੇ ਪ੍ਰਾਈਸ ਰਾਈਜ਼ ਹੋ ਗਏ, ਤਦ ਹੀ ਮਤਲਬ ਆਪਾਂ ਆਪਣੀ ਸਿਕਿਉਰਿਟੀਜ਼ ਨੂੰ ਸੈਲ ਜਾਂ ਬਾਈ ਕਰਦੇ ਹਾਂ। ਠੀਕ ਹੈ, ਹੁਣ ਇਹਦੇ ਵਿੱਚ ਬੇਸਿਕਲੀ ਡਿਫਰੈਂਸ ਹੈ ਪ੍ਰਾਇਮਰੀ ਤੇ ਸੈਕੰਡਰੀ ਮਾਰਕੀਟ। ਪ੍ਰਾਇਮਰੀ ਸੈਕੰਡਰੀ ਮਾਰਕੀਟ ਦਾ ਸਭ ਤੋਂ ਫਰਸਟ ਡਿਫਰੈਂਸ ਇਹ ਆਏਗਾ ਕਿ ਪ੍ਰਾਇਮਰੀ ਮਾਰਕੀਟ ਨਿਊ ਸ਼ੇਅਰਸ ਇਸ਼ੂ ਕਰਦੀ ਹੈ, ਇਹ ਐਗਜ਼ਿਸਟਿੰਗ ਜਿਹੜੇ ਆਲਰੇਡੀ ਮਾਰਕੀਟ ਦੇ ਵਿੱਚ ਸਿਕਿਉਰਿਟੀਜ਼ ਐਗਜ਼ਿਸਟ ਹੁੰਦੀਆਂ ਨੇ ਉਹਦੇ ਵਿੱਚ ਕਰਦੀ ਹੈ। ਇਹ ਆਪਣੀ ਸੇਵਿੰਗਸ ਲੌਂਗ ਟਰਮ ਲਈ ਇਨਵੈਸਟਮੈਂਟ ਹੋ ਜਾਂਦੀ ਹੈ। ਠੀਕ ਹੈ, ਇਹ ਆਪਾਂ ਨੂੰ ਫੰਡ ਪ੍ਰੋਵਾਈਡ ਕਰਦੀ ਹੈ। ਅਗਰ ਆਪਾਂ ਸਿਕਿਉਰਿਟੀਜ਼ ਵੇਚ ਰਹੇ ਹਾਂ ਤਾਂ ਆਪਾਂ ਨੂੰ ਪੈਸਾ ਮਿਲਦਾ ਹੈ। ਕਵਰੇਜ ਕੀ ਹੈ? ਇਹ ਕਾਰਪੋਰੇਟ ਸੈਕਟਰ ਨੂੰ ਹੀ ਸਿਰਫ ਕਵਰ ਕਰਦੀ ਹੈ। ਇਹ ਮਤਲਬ ਉਹਨਾਂ ਸੈਕਟਰ ਜਿਨ੍ਹਾਂ ਨੂੰ ਸਿਕਿਉਰਿਟੀਜ਼ ਪੈਸੇ ਦੀ ਜ਼ਰੂਰਤ ਹੁੰਦੀ ਹੈ, ਕੋਈ ਵੀ ਕਰ ਸਕਦਾ ਪਰਸਨ ਕੀ ਹੈ? ਇਹਦੇ ਵਿੱਚ ਲਿੰਕ ਹੁੰਦਾ ਬਿਟਵੀਨ ਸੇਵਰਸ ਐਂਡ ਦੋਜ਼ ਨੀਡਿੰਗ ਮਨੀ ਫॉर ਲੌਂਗ ਟਰਮ ਇਨਵੈਸਟਮੈਂਟ। ਇੱਕ ਤਾਂ ਹੁੰਦਾ ਜਿਨ੍ਹਾਂ ਨੇ ਪੈਸਾ ਬਚਾਉਣਾ ਹੈ ਤੇ ਜਿਨ੍ਹਾਂ ਨੂੰ ਮਨੀ ਦੀ ਜ਼ਰੂਰਤ ਹੈ। ਇਹ ਬਾਇਰ ਤੇ ਸੈਲਰਸ ਦੇ ਵਿੱਚ ਹੁੰਦਾ। ਟਾਈਮ ਕੀ ਇਹਦੇ ਵਿੱਚ ਲੌਂਗ ਹੁੰਦਾ, ਇਹਦੇ ਵਿੱਚ ਸ਼ਾਰਟ ਟਰਮ ਤੇ ਮੀਡੀਅਮ। ਸੋਰਸ ਕੀ ਹੁੰਦਾ ਇਹਦੇ? ਫਾਈਨੈਂਸ਼ੀਅਲ ਰਿਕੁਆਇਰਮੈਂਟਸ ਆਫ ਕਾਰਪੋਰੇਟ ਸੈਕਟਰਸ। ਇਹ ਇਹਨਾਂ ਨੂੰ ਪ੍ਰੋਪਰ ਇੱਕ ਮਾਰਕੀਟੇਬਲ ਸਿਕਿਉਰਿਟੀਜ਼ ਮਿਲ ਜਾਂਦੀਆਂ ਨੇ, ਇੱਕ ਪ੍ਰੋਪਰ ਮਾਰਕੀਟ ਮਿਲ ਜਾਂਦੀ ਹੈ। ਠੀਕ ਹੈ, ਇਹ ਆਪਾਂ ਤੁਸੀਂ ਇਹ ਵੀ ਮੇਨ ਡਿਫਰੈਂਸ ਲਿਖ ਸਕਦੇ ਹੋ ਕਿ ਪ੍ਰਾਇਮਰੀ ਕੈਪੀਟਲ ਮਾਰਕੀਟ ਦੇ ਵਿੱਚ ਆਪਾਂ ਨੂੰ ਸਾਰਾ ਪੇਪਰ ਵਰਕ ਹੁੰਦਾ, ਇਹਦੇ ਵਿੱਚ ਸਾਰਾ ਆਪਾਂ ਆਨਲਾਈਨ ਸਿਸਟਮ ਹੁਣ ਅੱਜ ਕੱਲ੍ਹ ਟ੍ਰਾਂਸਫਰ ਕਰ ਲਿਆ। ਵੈਸੇ ਤਾਂ ਇਹਦੇ ਵਿੱਚ ਵੀ ਕਰ ਲਿਆ, ਬਟ ਸਟਿਲ ਆਪਾਂ ਇਹ ਡਿਫਰੈਂਸ ਇੱਕ ਹੋਰ ਲਿਖ ਸਕਦੇ ਹਾਂ ਇਹਦੇ ਵਿੱਚ। ਠੀਕ ਹੈ, ਕਿ ਇਹਦੇ ਵਿੱਚ ਇੱਕ ਇਹ ਵਾਲਾ ਡਿਫਰੈਂਸ ਵੀ ਲਿਖ ਸਕਦੇ ਹੋ ਵੀ ਇਹਦੇ ਵਿੱਚ ਕੰਪਨੀ ਹੋਣੀ ਜ਼ਰੂਰੀ ਹੈ। ਇਹਦੇ ਵਿੱਚ ਕੰਪਨੀ ਜ਼ਿਆਦਾ ਡੀਲ ਕਰਦੀਆਂ ਨੇ, ਇਹਦੇ ਵਿੱਚ ਕੋਈ ਕੰਪਨੀ ਹੋਣੀ ਜ਼ਰੂਰੀ ਨਹੀਂ। ਇੰਡੀਵਿਜੂਅਲ ਟੂ ਇੰਡੀਵਿਜੂਅਲ ਵੀ ਆਪਾਂ ਡੀਲ ਕਰ ਸਕਦੇ ਹਾਂ, ਨੋ ਨੀਡ ਆਫ ਕੰਪਨੀ। ਫਿਰ ਕੀ ਹੈ ਤੁਹਾਡੇ ਕੋਲ? ਕੈਪੀਟਲ ਸਟਰਕਚਰ ਤੇ ਮਨੀ ਕੈਪੀਟਲ ਮਾਰਕੀਟ ਤੇ ਮਨੀ ਮਾਰਕੀਟ ਦਾ ਡਿਫਰੈਂਸ ਹੈ। ਫਸਟ ਪੁਆਇੰਟ ਕੀ ਹੈ? ਇਟ ਪ੍ਰੋਵਾਈਡਸ ਫਾਈਨਾਂਸ ਮਨੀ ਕੈਪੀਟਲ ਫॉर ਲੌਂਗ ਟਰਮ ਇਨਵੈਸਟਮੈਂਟ ਲਈ, ਲੌਂਗ ਟਰਮ ਲਈ। ਇਹ ਆਪਣੀ ਸ਼ਾਰਟ ਟਰਮ ਲਈ ਮਨੀ ਮਾਰਕੀਟ। ਠੀਕ ਹੈ, ਇਹ ਤਾਂ ਆਪਾਂ ਨੂੰ ਪਤਾ ਹੀ ਸੀ। ਫਾਈਨਾਂਸ ਪ੍ਰੋਵਾਈਡਡ ਬਾਏ ਦਾ ਕੈਪੀਟਲ ਮਾਰਕੀਟ, ਇਹ ਫਿਕਸਡ ਤੇ ਵਰਕਿੰਗ ਕੈਪੀਟਲ ਦੋਨਾਂ ਲਈ ਯੂਜ਼ ਹੋ ਸਕਦਾ ਹੈ, ਸਿਰਫ ਵਰਕਿੰਗ ਕੈਪੀਟਲਸ ਕਿਉਂਕਿ ਸ਼ਾਰਟ ਟਰਮ ਕੈਸ਼ ਹੁੰਦੇ ਨੇ। ਮੋਬਿਲਾਈਜੇਸ਼ਨ ਆਫ ਰਿਸੋਰਸਿਸ, ਇਹ ਕੌਣ ਕਰਦਾ? ਮੇਨ ਫੰਕਸ਼ਨ ਇਹਦੇ ਵਿੱਚ ਆਪਾਂ ਮੋਬਿਲਾਈਜ਼ ਕਰਦੇ ਹਾਂ, ਇਫੈਕਟਿਵ ਯੂਟੀਲਾਈਜ਼ ਕਰਦੇ ਹਾਂ ਰਿਸੋਰਸਿਸ ਨੂੰ। ਲੈਂਡਿੰਗ ਤੇ ਬੋਰੋਇੰਗ ਫੰਕਸ਼ਨ ਕੌਣ ਪਰਫਾਰਮ ਕਰਦਾ? ਲਿਕੁਇਡਿਟੀ ਪੋਜੀਸ਼ਨ। ਦੇਖਦੇ ਹਾਂ ਆਪਾਂ ਕੰਪਨੀ ਦੀ
ठीक है। इट्स वन ऑफ द कॉन्स्टिट्यूंट स्टॉक एक्सचेंज एक्ट एज एन इन्वेस्टमेंट मार्केट फॉर ਬਾਇਰਸ ਐਂਡ ਸੈਲਰਸ। ਸਟਾਕ ਐਕਸਚੇਂਜ ਇਹਦੇ ਵਿੱਚ ਮੇਨ ਹੁੰਦਾ ਹੈ। ਇਹਦੇ ਵਿੱਚ ਕੋਈ ਐਸ ਸੱਚ ਐਵੇਂ ਦੀ ਫੈਸਿਲਿਟੀਜ਼ ਆਪਾਂ ਨੂੰ ਪ੍ਰੋਵਾਈਡ ਨਹੀਂ ਹੁੰਦੀ, ਬਟ ਇਹਦੇ ਵਿੱਚ ਆਪਾਂ ਨੇ ਡਿਫਰੈਂਟ ਫੈਸਿਲਿਟੀਜ਼ ਪੜ੍ਹੀਆਂ ਸੀ ਨਾ, ਕਾਲ ਮਨੀ ਮਾਰਕੀਟ, ਕੋਲੈਟਰਲ ਲੋਨ ਮਾਰਕੀਟ, ਬਿਲ ਮਾਰਕੀਟ, ਐਕਸੈਪਟੈਂਸ ਹਾਊਸਿਸ। ਇਹਦੇ ਵਿੱਚ ਮਿਡਲਮੈਨ ਹੁੰਦਾ ਇਨਵੈਸਟਰ ਤੇ ਐਂਟਰਪ੍ਰੈਨਿਓਰ ਦੇ ਵਿੱਚ, ਇਹ ਮਤਲਬ ਐਕਟ ਕਰਦੀ ਹੈ ਕੈਪੀਟਲ ਜਿਹਨੇ ਇਨਵੈਸਟਮੈਂਟ ਕਰਨੀ ਹੈ। ਇਹ ਡਿਪੋਜ਼ਿਟਰ ਤੇ ਬੋਰੋਅਰ ਦੇ ਵਿੱਚ, ਕਿਹਨੇ ਪੈਸਾ ਡਿਪੋਜ਼ਿਟ ਕਰਨਾ ਤੇ ਕਿਹਨੇ ਚੀਜ਼ ਕੀ ਖਰੀਦਣੀ ਹੈ ਉਹਦੇ ਵਿੱਚ ਐਕਟ ਕਰਦੀ ਹੈ। ठीक है। अंडरराइटिंग इज वन ऑफ इट्स प्राइमरी एक्टिविटीज, अंडरराइटिंग इज अ सेकेंडरी फंक्शन। द इन्वेस्टमेंट इंस्टीट्यूशन रेज कैपिटल फ्रॉम पब्लिक एंड इन्वेस्ट इन सेलेक्टेड सिक्योरिटी सो एज टू गिव द हाईएस्ट पॉसिबल रिटर्न विद द लोएस्ट रिस्क। मतलब इन्वेस्टमेंट इंस्टीट्यूशन ਹੁੰਦਾ ਕਿ ਆਪਾਂ ਅੱਛੇ ਤਰੀਕੇ ਨਾਲ ਸਿਕਿਉਰਿਟੀਜ਼ ਦੇ ਵਿੱਚ ਡੀਲ ਕਰਦੇ ਆ, ਇਹਦੇ ਵਿੱਚ ਘੱਟ ਰਿਸਕ ਹੁੰਦਾ ਕਿਉਂਕਿ ਇੱਕ ਪ੍ਰੋਪਰ ਇੰਸਟੀਟਿਊਟ ਇਹਦੇ ਵਿੱਚ ਇਨਵੋਲਵਡ ਹੁੰਦਾ, ਦੈਟ ਇਜ਼ ਸੇਬੀ। ਇਹ ਕਮਰਸ਼ੀਅਲ ਬੈਂਕਸ ਲਈ ਹੁੰਦਾ, ਬਿਜ਼ਨਸ ਕਾਰਪੋਰੇਸ਼ਨਸ, ਨਾਨ ਬੈਂਕ ਫਾਈਨੈਂਸ਼ੀਅਲ ਕੰਸਰਨਸ ਐਂਡ ਅਦਰ ਫॉर ਸ਼ਾਰਟ ਟਰਮ ਸਰਪਲਸ ਫੰਡਸ। ਠੀਕ ਹੈ। ਇਹਦੇ ਵਿੱਚ ਆਪਾਂ ਬੇਸਿਕਲੀ ਕੋਈ ਸਿਕਿਉਰਿਟੀ ਨਹੀਂ ਰੱਖਦੇ, ਇਹਦੇ ਵਿੱਚ ਆਪਾਂ ਸਿਕਿਉਰਿਟੀਜ਼ ਨਾਲ ਪ੍ਰੋਪਰ ਤਰੀਕੇ ਨਾਲ ਡੀਲ ਕਰਦੇ ਆ। ਠੀਕ ਹੈ। ਇਟ ਪ੍ਰੋਵਾਈਡਸ ਲੌਂਗ ਟਰਮ ਫੰਡਸ ਟੂ ਸੈਂਟਰਲ ਐਂਡ ਸਟੇਟ ਗਵਰਨਮੈਂਟ, ਪਬਲਿਕ, ਲੋਕਲ ਬੋਡੀਜ਼। ਸ਼ਾਰਟ ਟਰਮ ਫੰਡਸ ਪ੍ਰੋਵਾਈਡ ਕਰਦੇ ਗਵਰਨਮੈਂਟ ਨੂੰ, ਜਿਵੇਂ ਟ੍ਰੈਜਰੀ ਬਿੱਲ ਖਰੀਦਣਾ ਹੈ, ਡਿਸਕਾਊਂਟਿੰਗ ਬਿੱਲ ਆਫ ਐਕਸਚੇਂਜ ਐਕਸੈਕਟਰਾ। ਨੈਕਸਟ ਆਪਣਾ ਸਟਾਕ ਐਕਸਚੇਂਜ। ਸਟਾਕ ਐਕਸਚੇਂਜ ਮੇਨ ਫੰਕਸ਼ਨ ਹੁੰਦਾ ਹੈ। ਸਟਾਕ ਐਕਸਚੇਂਜ ਮਤਲਬ ਕੀ ਹੈ, ਇੱਕ ਪਰਚੇਜ਼ ਤੇ ਸੇਲ ਆਫ ਸਿਕਿਉਰਿਟੀਜ਼ ਲਈ ਇੱਕ ਪਲੈਟਫਾਰਮ ਆਪਾਂ ਨੂੰ ਮਿਲਦਾ ਹੈ। Stock exchange, security exchange and marketplaces where securities that have been listed thereon may be bought and sold for either investment and or speculation। ਮਤਲਬ ਕੀ ਹੁੰਦਾ ਕਿ ਆਪਾਂ ਇਨਵੈਸਟਮੈਂਟ ਕਰਦੇ ਹਾਂ ਜਾਂ ਸਪੈਕੂਲੇਟ ਕਰਦੇ ਹਾਂ ਆਪਣੀ ਸਿਕਿਉਰਿਟੀਜ਼ ਨੂੰ। ਜਦੋਂ ਆਪਣਾ ਪੈਸਾ ਇਨਕਰੀਜ਼ ਹੋਊਗਾ, ਡਿਮਾਂਡ ਇਨਕਰੀਜ਼ ਹੋਊਗੀ, ਪੈਸਾ ਵਧੂਗਾ, ਆਪਾਂ ਉਦੋਂ ਵੇਚਦੇ ਹਾਂ। Securities Contract Regulation Act 1956। Stock exchanges means any body of individuals whether incorporated or not, मतलब भी कंपनी वाला पर्सन है या नहीं, constituted for the purpose of assisting, regulating and controlling the business of buying and selling in securities। ਵੀ ਜੋ ਵੀ ਆਪਾਂ ਬਾਇੰਗ ਤੇ ਸੈਲਿੰਗ ਕਰਦੇ ਹਾਂ ਸਿਕਿਉਰਿਟੀਜ਼ ਦੇ, ਇਹ ਕੰਸਿਸਟ ਕਰਦੀ ਹੈ ਐਵਰੀ ਐਕਟ ਐਵਰ। ਮਤਲਬ ਹੁਣ ਇੰਡੀਆ ਦੇ ਵਿੱਚ 24 ਸਟਾਕ ਐਕਸਚੇਂਜਿਸ ਨੇ ਐਟ ਅ ਪ੍ਰੈਜ਼ੈਂਟ। ਮਤਲਬ ਮੈਨੂੰ ਹਜੇ ਐਗਜ਼ੈਕਟ ਫਿਗਰ ਨਹੀਂ ਯਾਦ ਹੈ, ਉੱਪਰ ਨੀਚੇ ਹੋ ਸਕਦੇ, ਕੁਝ ਡਿਲੀਟ ਹੁੰਦੇ ਰਹਿੰਦੇ ਨੇ ਸਟਾਕ ਐਕਸਚੇਂਜਿਸ। ਡਿਫਰੈਂਟ ਸਟਾਕ ਐਕਸਚੇਂਜਿਸ ਦੇ ਨਾਮ ਨੇ, ਜਿਵੇਂ ਨੈਸ਼ਨਲ ਸਟਾਕ ਐਕਸਚੇਂਜ ਆਫ ਇੰਡੀਆ, ਓਵਰ ਦ ਕਾਊਂਟਰ ਸਟਾਕ ਐਕਸਚੇਂਜ ਆਫ ਇੰਡੀਆ, ਮੇਨ ਬੰਬੇ ਦੇ ਵਿੱਚ ਚੱਲਦੇ ਆ ਇਹ। मतलब बॉम्बे स्टॉक एक्सचेंज इंडिया ऑल्सो कॉल्ड दलाल स्ट्रीट कम्स एट नंबर 1। देखो ही वाली बॉम्बे स्टॉक एक्सचेंज दलाल स्ट्रीट नंबर 1 ਤੇ ਆਂਦਾ ਹੈ। ਫਿਰ ਕਲਕੱਤਾ ਆਂਦਾ ਹੈ, properly known as Lyons Exchange and Delhi Stock Exchange। Okay, some ਕੁਝ ਐਗਜ਼ਾਮਪਲਸ ਦੇ ਸਕਦੇ ਹੋ ਤੁਸੀਂ ਸਟਾਕ ਐਕਸਚੇਂਜ ਦੀਆਂ। ਫੰਕਸ਼ਨ ਆਫ ਸਟਾਕ ਐਕਸਚੇਂਜ। ਸਟਾਕ ਐਕਸਚੇਂਜ ਦੇ ਫੰਕਸ਼ਨਸ ਕੀ ਹੁੰਦੇ ਆ? ਪ੍ਰੋਵਾਈਡਿੰਗ ਲਿਕੁਇਡਿਟੀ ਟੂ ਸਿਕਿਉਰਿਟੀਜ਼। ਹੁਣ ਜਿਸ ਪਰਸਨ ਕੋਲ ਸਿਕਿਉਰਿਟੀਜ਼ ਹੈ, ਜਿਸ ਪਰਸਨ ਨੂੰ ਪੈਸਾ ਚਾਹੀਦਾ, ਉਹ ਆਪਾਂ ਕੈਸ਼ ਦੇ ਵਿੱਚ ਕਨਵਰਟ ਕਰਨਾ ਈਜ਼ੀਲੀ ਹੋ ਜਾਂਦਾ ਹੈ। The exchange between ready market where buyers and sellers are available and those who are in a need of hard cash are sell their holdings। ਉਹ ਆਪਣੀ ਹੋਲਡਿੰਗਸ ਨੂੰ ਵੇਚ ਦਿੰਦੇ ਨੇ ਜਿਨ੍ਹਾਂ ਨੂੰ ਆਪਣੇ ਕੈਸ਼ ਦੀ ਜ਼ਰੂਰਤ ਹੁੰਦੀ ਹੈ। Had this not been possible then many person would have feared of blocking their savings in securities। ਮਤਲਬ ਅਗਰ ਇਹ ਚੀਜ਼ ਨਹੀਂ ਹੁੰਦੀ ਤਾਂ ਆਪਣੀ ਸਿਕਿਉਰਿਟੀਜ਼ ਆਪਣੇ ਕੋਲ ਐਜ਼ ਅ ਸੇਵਿੰਗਸ ਆਪਣੇ ਕੋਲ ਬਲੌਕ ਹੋ ਜਾਂਦੀ ਕਿ ਇਹਨੂੰ ਆਪਾਂ ਕੁਛ ਇਹਦੇ ਨਾਲ ਡੀਲ ਨਹੀਂ ਕਰ ਸਕਦੇ। ਇਟ ਇਜ਼ ਬਿਕੋਜ਼ ਆਫ ਐਕਸਚੇਂਜਿਸ ਵੀ ਮੈਨੀ ਪਰਸਨ ਇਨਵੈਸਟ ਕਰਦੇ ਨੇ, ਫਿਰ ਕਨਵਰਟ ਕਰਦੇ ਨੇ ਕੈਸ਼ ਦੇ ਵਿੱਚ, ਫਿਰ ਸਿਕਿਉਰਿਟੀਜ਼ ਮਤਲਬ ਖਰੀਦਦੇ ਨੇ। ਗੋ ਥਰੂ ਪ੍ਰੋਸੈਸ ਹੈ। ਇੰਸ਼ੋਰਿੰਗ ਸੇਫਟੀ ਆਫ ਟ੍ਰਾਂਜੈਕਸ਼ਨ। ਇਹ ਪ੍ਰੋਪਰ ਇੱਕ ਐਕਟ ਦੇ ਥਰੂ ਹੁੰਦਾ, ਸਿਕਿਉਰਿਟੀਜ਼ ਕੰਟਰੈਕਟ ਰੈਗੂਲੇਸ਼ਨ ਐਕਟ। ਇਹਦੇ ਵਿੱਚ ਕੋਈ ਵੀ ਮੈਨੀਪੂਲੇਟਿੰਗ ਟ੍ਰਾਂਜੈਕਸ਼ਨ ਨਹੀਂ ਹੋ ਸਕਦੀ। ਅਗਰ ਇੱਕ ਵਾਰ ਪ੍ਰੋਸੀਜਰ ਲੇਟ ਡਾਊਨ ਹੋ ਗਿਆ, ਇਹਦੇ ਵਿੱਚ ਕੋਈ ਫੀਅਰ ਨਹੀਂ ਰਹਿਣਾ ਚਾਹੀਦਾ ਕਿਸੇ ਪਰਸਨ ਦੇ ਮਾਈਂਡ ਦੇ ਵਿੱਚ, ਕਿਸੇ ਪਾਰਟੀ ਦੇ ਮਾਈਂਡ ਦੇ ਵਿੱਚ। ਉਹਨੂੰ ਕੌਨਫੀਡੈਂਸ ਹੀ ਹੁੰਦਾ ਕਿ ਮੇਰੀ ਪਾਰਟੀ ਐਸ਼ੋਰੇਬਲ ਹੈ, ਮੈਨੂੰ ਮੇਰਾ ਪੈਸਾ ਮਿਲ ਜਾਏਗਾ। ਡਿਟਰਮਾਈਨਸ ਪ੍ਰਾਈਸ ਆਫ ਸਿਕਿਉਰਿਟੀਜ਼। ਹੁਣ ਸਟਾਕ ਐਕਸਚੇਂਜ ਹੀ ਪ੍ਰਾਈਸ ਡਿਸਾਈਡ ਕਰਦਾ ਅਕੋਰਡਿੰਗ ਟੂ ਡਿਮਾਂਡ ਐਂਡ ਸਪਲਾਈ। ਹੁਣ ਦੇਖੋ ਇਹਦੇ ਵਿੱਚ ਪ੍ਰਾਈਸ ਦਾ ਡਾਇਰੈਕਟ ਰਿਲੇਸ਼ਨਸ਼ਿਪ ਹੁੰਦਾ ਡਿਮਾਂਡ ਦੇ ਨਾਲ। ਠੀਕ ਹੈ। ਜਿਵੇਂ ਹੁਣ ਸਪੋਜ਼ ਆਪਣੀ ਇਹ ਡਿਮਾਂਡ ਹੈ, ਇਹ ਸਪਲਾਈ ਦਾ ਕਰਵ ਹੈ, ਇਹ ਚੀਜ਼ ਹੋ ਰਹੀ ਹੈ। ਠੀਕ ਹੈ। ਅਗਰ ਆਪਣੀ ਡਿਮਾਂਡ ਇਨਕਰੀਜ਼ ਹੋ ਰਹੀ ਹੈ ਤਾਂ ਕੀ ਹੋਏਗਾ, ਇਹ ਪ੍ਰਾਈਸ ਹੈ, ਇਹ ਡਿਮਾਂਡ। ਅਗਰ ਡਿਮਾਂਡ ਇਨਕਰੀਜ਼ ਹੋ ਰਹੀ ਹੈ ਤਾਂ ਆਟੋਮੈਟਿਕਲੀ ਪ੍ਰਾਈਸ ਵੀ ਕੀ ਕਰੇਗਾ, ਇਨਕਰੀਜ਼ ਕਰੇਗਾ। ਠੀਕ ਹੈ। ਅਗਰ ਡਿਮਾਂਡ ਫਾਲ ਹੋ ਰਹੀ ਹੈ ਤਾਂ ਪ੍ਰਾਈਸ ਵੀ ਕੀ ਕਰੇਗਾ, ਫਾਲ ਕਰੇਗਾ। ਕੰਟਰੀਬਿਊਟਸ ਟੂ ਇਕਨੋਮਿਕ ਗਰੋਥ। ਇਕਨੋਮਿਕ ਗਰੋਥ ਵੀ ਵੱਧਦੀ ਹੈ ਜਦੋਂ ਆਪਾਂ ਪਰਚੇਜ਼ ਤੇ ਸੋਲ ਕਰਦੇ ਹਾਂ, ਡਿਸਇਨਵੈਸਟਮੈਂਟ ਕਰਦੇ ਹਾਂ ਸੇਵਿੰਗਸ ਨੂੰ, ਆਪਣੀ ਪੈਸੇ ਨੂੰ ਆਪਾਂ ਸਟਾਕ ਪੈਸਾ ਮਾਰਕੀਟ ਦੇ ਵਿੱਚ ਲੈ ਕੇ ਆ ਰਹੇ ਹਾਂ ਤਾਂ ਬਹੁਤ ਪ੍ਰੋਡਕਟਿਵਿਟੀ ਚੈਨਲਾਈਜ਼, ਪੈਸਾ ਇੱਧਰ ਉੱਧਰ ਜਾਣ ਲੱਗ ਜਾਂਦਾ ਹੈ, ਕਿਸੇ ਹੋਰ ਨੂੰ ਪੈਸੇ ਦੀ ਜ਼ਰੂਰਤ ਹੈ ਉਹ ਲੈ ਲੈਂਦਾ ਤਾਂ ਕੈਪੀਟਲ ਫਾਰਮੇਸ਼ਨ ਹੋ ਜਾਂਦੀ ਹੈ ਅਤੇ ਇਕਨੋਮਿਕ ਗਰੋਥ ਵੱਧਦੀ ਹੈ। ਜਿੰਨਾ ਮਾਰਕੀਟ ਦੇ ਵਿੱਚ ਪੈਸਾ, ਉਨੇ ਹੀ ਪੈਸੇ ਦੀ ਵੈਲਿਊ ਘੱਟ ਹੋਏਗੀ ਅਤੇ ਪੈਸਾ
मतलब अपना बेनिफिट ਆਪਾਂ ਨੂੰ ਇਕਨੋਮੀ ਨੂੰ ਜ਼ਿਆਦਾ ਦੇਗਾ। ਸਪਰੈਡਸ ਇਕੁਇਟੀ ਕਲਟ ਦ ਸਟਾਕ ਐਕਸਚੇਂਜ ਪਲੇ ਅ ਵਾਈਟਲ ਰੋਲ ਇਨ ਇੰਸ਼ੋਰਿੰਗ ਵਾਈਡਰ ਸ਼ੇਅਰ ਓਨਰਸ਼ਿਪ ਬਾय ਰੈਗੂਲੇਟਿੰਗ ਨਿਊ ਸ਼ੇਅਰਸ ਬੈਟਰ ਟ੍ਰੇਡ ਪ੍ਰੈਕਟਿਸਿੰਗ ਐਂਡ ਟੇਕਿੰਗ ਇਫੈਕਟਿਵ ਸਟੈਪਸ ਇਨ ਐਜੂਕੇਸ਼ਨ ਟੂ ਪਬਲਿਕ ਅਬਾਊਟ ਇਨਵੈਸਟਮੈਂਟ। ਆਪਾਂ ਨੂੰ ਐਡੂਕੇਟ ਵੀ ਕਰਨਾ ਚਾਹੀਦਾ ਪਬਲਿਕ ਨੂੰ ਕਿ ਤੁਸੀਂ ਆਪਣੀ ਇਨਵੈਸਟਮੈਂਟ ਕਰੋ, ਪੈਸਾ ਨਾ ਰੱਖੀ ਰੱਖੋ ਘਰੇ, ਪ੍ਰੋਡਕਟਿਵ ਕੰਮ ਦੇ ਵਿੱਚ ਯੂਜ਼ ਕਰੋ। Provide scope for speculation. A stock exchange provides a scope of speculation is a restricted and controlled manner. A certain degree of healthy speculation is necessary for ensuring liquidity. मतलब एक स्पेकुलेट करना, ध्यान रखना, निगरानी रखनी कि अपना पैसा वेस्ट ना हो जाए, अपन प्रॉपर एक प्लेटफॉर्म प्रोवाइड करता है। ट्रेडिंग प्रोसीजर है स्टॉक एक्सचेंजेस ਹੁਣ ਇਹ ਪ੍ਰੋਸੀਜਰ ਅਗਰ ਆਪਾਂ ਰੀਅਲ ਲਾਈਫ ਦੇ ਵਿੱਚ ਦੇਖੀਏ ਬਹੁਤ ਜਲਦੀ ਹੋ ਜਾਂਦਾ ਸਟਾਕ ਐਕਸਚੇਂਜ ਦੇ ਨਾਲ ਡੀਲ ਕਰਨਾ। ਪਹਿਲਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਦੇ ਸਿਲੈਕਸ਼ਨ ਆਫ ਅ ਬ੍ਰੋਕਰ जो अपनी सेल ते परचेज करेगा ਉਹ ਜਿਹਨੇ ਆਪਣੀ ਸਿਕਿਉਰਿਟੀਜ਼ ਨੂੰ ਸੇਲ ਕਰਨਾ ਹੈ ਤੇ ਉਹ ਇੱਕ ਬ੍ਰੋਕਰ ਹਾਇਰ ਕਰ ਲੇਗਾ। ਠੀਕ ਹੈ, ਬ੍ਰੋਕਰ ਨੂੰ ਉਹ ਸਾਰੀ ਬ੍ਰੋਕਰ ਉਹ ਤੋਂ ਡਿਟੇਲ ਪੁੱਛੇਗਾ ਕਿ ਹਾਂਜੀ ਤੁਹਾਡਾ ਪੈਨ ਕਾਰਡ, ਤੁਹਾਡਾ ਇਹ ਤੁਹਾਡਾ ਆਧਾਰ ਕਾਰਡ, ਤੁਹਾਡਾ ਮਤਲਬ ਰੈਜ਼ੀਡੈਂਸ, ਤੁਹਾਡਾ ਇਨਕਮ, ਇਹ ਸਭ ਚੀਜ਼ਾਂ ਪੁੱਛੇਗਾ। ਦ ਇੰਟੈਂਡਿੰਗ ਇਨਵੈਸਟਰ ਔਰ ਅ ਸੈਲਰ ਮੇ ਅਪਰੋਚ ਹਿਸ ਬੈਂਕ ਫॉर ਦਿਸ ਪਰਪਜ਼। ਫਿਰ ਜਿਹੜਾ ਉਹ ਬੈਂਕ ਉੱਪਰ ਆਫਰ ਕਰਨਗੇ ਦ ਬੈਂਕ ਹੈਵ ਅਪੋਇੰਟਡ देयर ਓਨ ਬ੍ਰੋਕਰਸ ਐਟ ਐਕਸਚੇਂਜਿਸ ਨਾਲ ਜਿਹੜੇ ਬ੍ਰੋਕਰ ਡੀਲ ਹੁੰਦੇ ਨੇ ਬੈਂਕ ਇਹਨਾਂ ਨੂੰ ਪ੍ਰੋਵਾਈਡ ਕਰ ਦੇਗਾ। ਫਿਰ ਉਹ ਡੀਲ ਕਰਨਗੇ ਔਨ ਦ ਬਿਹਾਫ ਆਫ ਕਸਟਮਰ ਔਨ ਅ ਰਿਕਮੈਂਡੇਸ਼ਨ ਫਰੋਮ ਦ ਬੈਂਕ ਦ ਕਲਾਇੰਟਸ ਅਕਾਊਂਟ ਇਜ਼ ਓਪਨਡ ਬਾय ਦ ਬ੍ਰੋਕਰ। ਵੀ ਮਤਲਬ ਕਲਾਇੰਟ ਜਦੋਂ ਰਿਕਮੈਂਡ ਕਰ ਦੇਗਾ ਕਿ ਹਾਂਜੀ ਮੈਨੂੰ ਅਕਾਊਂਟ ਚਾਹੀਦਾ ਤਾਂ ਬ੍ਰੋਕਰ ਕੀ ਕਰੇਗਾ ਬੈਂਕ ਨਾਲ ਗੱਲ ਕਰਕੇ ਉਹਦਾ ਅਕਾਊਂਟ ਖੁਲਵਾ ਲੇਗਾ। ਤਾਂ ਵੇਰੀਅਸ ਫਾਰਮੈਲਿਟੀਜ਼ ਕੌਣ ਪੂਰੀ ਕਰ ਦੇਣਗੇ ਬ੍ਰੋਕਰਸ। ਓਪਨਿੰਗ ਡੀਮੈਟ ਅਕਾਊਂਟ ਡੀਮੈਟ ਅਕਾਊਂਟ ਐਕਚੁਅਲੀ ਬਣਿਆ ਹੈ ਡੀਮੈਟੀਰੀਅਲਾਈਜ਼ਡ ਵਰਡ ਤੋਂ। ਠੀਕ ਹੈ, ਪਹਿਲਾਂ ਸਾਰੀ ਸਿਕਿਉਰਿਟੀਜ਼ ਕੀਤੇ ਹੁੰਦੀਆਂ ਸੀ ਪੇਪਰ ਵਰਕ 'ਤੇ। ਹੁਣ ਪੇਪਰ ਵਰਕ 'ਤੇ ਕਿਉਂ ਨਹੀਂ ਆਪਾਂ ਕਰਦੇ ਸੀਗੇ ਕਿਉਂਕਿ ਬਹੁਤ ਰਿਸਕ ਹੁੰਦਾ ਸੀ, ਕਈ ਵਾਰ ਚੂਹੇ ਨੇ ਕਤਰਤੀ, ਕਈ ਵਾਰ ਖ਼ਰਾਬ ਹੋ ਜਾਂਦੀ ਹੈ ਚੀਜ਼। ਤਾਂ ਸਾਰਾ ਪੇਪਰ ਵਰਕ ਰਿਮੂਵ ਕਰਕੇ ਆਪਾਂ ਹੁਣ ਔਨਲਾਈਨ ਟ੍ਰਾਂਜੈਕਸ਼ਨ ਕਰ ਲਈ, ਆਪਾਂ ਡੀਮੈਟ ਅਕਾਊਂਟ ਬਣਾਉਣ ਲੱਗ ਗਏ। ਰੈਫਰਸ ਟੂ ਦ ਅਕਾਊਂਟ ਵਿਚ ਐਨ ਇੰਡੀਅਨ ਸਿਟੀਜ਼ਨਸ ਮਸਟ ਓਪਨ ਵਿਦ ਡਿਪੋਜ਼ਿਟਰੀ ਪਾਰਟੀਸਿਪੈਂਟਸ ਬੈਂਕ ਸਟਾਕ ਬ੍ਰੋਕਰਸ ਟੂ ਟ੍ਰੇਡ ਐਂਡ ਲਿਸਟਡ ਸਿਕਿਉਰਿਟੀਜ਼ ਇਨ ਇਲੈਕਟ੍ਰੋਨਿਕ ਫੋਰਮ। ਠੀਕ ਹੈ, ਇਹਦੇ ਬੈਂਕਸ ਦੇ ਕੋਲ ਤੇ ਸਟਾਕ ਬ੍ਰੋਕਰਸ ਦੇ ਕੋਲ ਇਹਨਾਂ ਦਾ ਇੰਡੀਅਨ ਸਿਟੀਜ਼ਨ ਦਾ ਅਕਾਊਂਟ ਹੁੰਦਾ ਜਿਨ੍ਹਾਂ ਨੇ ਸਿਕਿਉਰਿਟੀਜ਼ ਦੇ ਵਿੱਚ ਡੀਲ ਕਰਨਾ ਹੁੰਦਾ। ਦ ਸਿਕਿਉਰਿਟੀਜ਼ ਆਰ ਹੈਲਡ ਇਨ ਇਲੈਕਟ੍ਰੋਨਿਕ ਫਾਰਮ ਬਾय ਦ ਡਿਪੋਜ਼ਿਟਰੀ ਐਂਡ ਡਿਪੋਜ਼ਿਟਰੀ ਇੰਟਰੈਕਟਸ ਵਿਦ ਦ ਇਨਵੈਸਟਰ ਥਰੂ ਡਿਪੋਜ਼ਿਟਰੀ ਪਾਰਟੀਸਿਪੈਂਟਸ। ਦ ਡਿਪੋਜ਼ਿਟਰੀ ਪਾਰਟੀਸਿਪੈਂਟਸ ਮੇਨਟੇਨ ਦ ਅਕਾਊਂਟ ਆਫ ਸਿਕਿਉਰਿਟੀਜ਼ ਐਂਡ ਇਨਫੋਰਮ ਦ ਅਕਾਊਂਟ ਸਟੇਟਸ ਟੂ ਦ ਇਨਵੈਸਟਰ ਫਰੋਮ ਟਾਈਮ ਟੂ ਟਾਈਮ। ਇਹ ਇਨਫੋਰਮ ਕਰਦੇ ਰਹਿੰਦੇ ਨੇ ਕਿ ਹਾਂਜੀ ਅੱਜ ਤੁਹਾਡੀ ਸਿਕਿਉਰਿਟੀ ਦਾ ਪੈਸਾ ਵੱਧ ਗਿਆ, ਤੁਸੀਂ ਹੁਣ ਅਗਰ ਵੇਚਣੀ ਹੈ ਤਾਂ ਵੇਚ ਸਕਦੇ ਹੋ। ਟਾਈਮ ਟੂ ਟਾਈਮ ਜਿਹੜੇ ਬ੍ਰੋਕਰਸ ਨੇ ਇਹ ਇਨਫੋਰਮ ਕਰਦੇ ਰਹਿੰਦੇ ਨੇ ਜਿਨ੍ਹਾਂ ਨੇ ਸਿਕਿਉਰਿਟੀਜ਼ ਦੇ ਨਾਲ ਡੀਲ ਕਰਨਾ ਹੈ। ਪਲੇਸਿੰਗ ਐਨ ਆਰਡਰ ਆਫਟਰ ਸਿਲੈਕਟਿੰਗ ਦ ਬ੍ਰੋਕਰ ਹੁਣ ਆਪਾਂ ਨੇ ਸਿਲੈਕਟ ਕਰ ਲਿਆ ਬ੍ਰੋਕਰ ਦ ਕਲਾਇੰਟ ਪਲੇਸਿਸ ਐਨ ਆਰਡਰ ਫॉर ਪਰਚੇਜ਼ ਔਰ ਸੇਲ ਆਫ ਸਿਕਿਉਰਿਟੀਜ਼। ਜਿਹਨੇ ਆਪਣੀ ਪਰਚੇਜ਼ ਕਰਨੀ ਹੈ ਜਾਂ ਸੇਲ ਕਰਨੀ ਹੈ ਉਹ ਆਪਣਾ ਆਫਰ ਪਲੇਸ ਕਰ ਦੇਗਾ ਬ੍ਰੋਕਰ ਦੇ ਥਰੂ। ਦ ਬ੍ਰੋਕਰ ਆਲਸੋ ਗਾਈਡ ਦ ਕਲਾਇੰਟ ਅਬਾਊਟ ਦ ਟਾਈਪ ਆਫ ਸਿਕਿਉਰਿਟੀਜ਼ ਟੂ ਬੀ ਪਰਚੇਜ਼ਡ। ਬ੍ਰੋਕਰ ਗਾਈਡ ਕਰੇਗਾ ਤੁਸੀਂ ਕਿਸ ਟਾਈਪ ਦੀ ਸਿਕਿਉਰਿਟੀਜ਼ ਪਰਚੇਜ਼ ਕਰੋ ਕਿ ਅੱਗੇ ਜਾ ਕੇ ਤੁਹਾਨੂੰ ਬੈਨੀਫਿਟ ਮਿਲੇ ਉਸ ਸਿਕਿਉਰਿਟੀ ਦਾ। ਐਂਡ ਦ ਪ੍ਰੋਪਰ ਟਾਈਮ ਫॉर ਇਟ ਇਫ ਵੀ ਜਿਹੜਾ ਪ੍ਰੋਪਰ ਟਾਈਮ ਆਏਗਾ ਵੀ ਜਦੋਂ ਆਪਣੀ ਪ੍ਰਾਈਸ ਅਪ ਹੋਏਗਾ ਤਦ ਸੌਰੀ ਪ੍ਰਾਈਸ ਡਾਊਨ ਜਾਏਗਾ ਤਦ ਸਿਕਿਉਰਿਟੀ ਖਰੀਦਣ ਦਾ ਫਾਇਦਾ ਹੈ ਅਤੇ ਵੇਚਣ ਦਾ ਕਦ ਫਾਇਦਾ ਜਦ ਪ੍ਰਾਈਸ ਅਪ ਜਾਏਗਾ। ਇਫ ਅ ਕਲਾਇੰਟ ਇਜ਼ ਟੂ ਸੈਲ ਦ ਸਿਕਿਉਰਿਟੀਜ਼ ਦੈਨ ਦ ਬ੍ਰੋਕਰ ਟੈਲ ਹਿਮ ਅਬਾਊਟ ਦ ਫੇਵਰੇਬਲ ਟਾਈਮ ਫॉर ਸੇਲ। ਹੋਈ ਦੇਖੋ ਇਹ ਚੀਜ਼ ਆ ਗਈ ਨਾ, ਜਦੋਂ ਉਹਨੇ ਸੈਲ ਕਰਨੀ ਹੈ ਸਿਕਿਉਰਿਟੀ ਉਹ ਫੇਵਰੇਬਲ ਟਾਈਮ ਦੱਸੇਗਾ। ਅਗਰ ਜਦ ਪਰਚੇਜ਼ ਕਰਨੇ ਹੈ ਦ ਬ੍ਰੋਕਰ ਇਜ਼ ਟੋਲਡ ਟੂ ਪਰਚੇਜ਼ ਸ਼ੇਅਰ ਦੇਅਰ ਨੰਬਰ ਐਂਡ ਪ੍ਰਾਈਸ ਟੂ ਬੀ paid. Sometimes a definite price is given on which the purchase is to be made. Sometimes a minimum price is to be paid is sold etc. ਮਤਲਬ ਜਿੰਨਾ ਮਤਲਬ ਪ੍ਰਾਈਸ ਤੇ ਕੋਈ ਹੋ ਨਹੀਂ, ਕਦੇ ਕਦੇ ਤਾਂ ਘੱਟ ਤੇ ਵੀ ਵਿਕਦੇ ਨੇ, ਕਦੇ ਵੱਧ ਤੇ ਵੀ ਵਿਕਦੇ ਨੇ। The brokers will try to make purchase as far as possible to the nearest price offered by the client. ਮਤਲਬ ਉਨਾ ਹੀ ਪਰਚੇਜ਼ ਕਰਨ ਦੀ ਕੋਸ਼ਿਸ਼ ਕਰੇਗਾ ਜਿੰਨੀ ਕਲਾਇੰਟ ਨੇ ਨੀਅਰੈਸਟ ਪ੍ਰਾਈਸ ਆਫਰ ਕੀਤੀ ਹੈ। The broker is given some choice for bargaining. ਬ੍ਰੋਕਰ ਵੀ ਬਾਰਗਨਿੰਗ ਕਰਦੇ ਆ। The same type of choice is given to the broker for selling the securities. ਕਿਉਂਕਿ ਜਿੰਨਾ ਮਤਲਬ ਬਾਰਗਨਿੰਗ ਬ੍ਰੋਕਰ ਕਰੇਗਾ, ਬ੍ਰੋਕਰ ਦਾ ਆਪਦਾ ਫਾਇਦਾ ਇਹਦੇ ਵਿੱਚ ਬਹੁਤ ਜੁੜਿਆ ਹੁੰਦਾ, ਮਾਰਜਨ ਹੁੰਦਾ ਇਹਦੇ ਵਿੱਚ। ਓਕੇ, executing the order. The trading floor of the stock exchange is divided into different parts known as trading post. Different posts deal in different types of securities. The authorized clerk of the broker goes to the concerned post and expresses his intention to buy and sell the securities. ਕੰਸਰਨ ਪੋਸਟ ਕੋਲ ਜਾਏਗਾ ਜਿਨ੍ਹਾਂ ਨੇ ਆਪਣੀ ਸਿਕਿਉਰਿਟੀਜ਼ ਜਾਂ ਤਾਂ ਸੈਲ ਕਰਨੀ ਹੈ ਜਾਂ ਬਾਏ ਕਰਨੀ ਹੈ। ਅ ਡੀਲ ਇਜ਼ ਸਟਰਕ ਵੈਨ ਦ ਅਦਰ ਪਾਰਟੀ ਆਲਸੋ ਐਗਰੀਜ਼। ਡੀਲ ਬਣ ਜਾਂਦੀ ਹੈ, ਸਟਰਕ ਮਤਲਬ ਰੁਕ ਜਾਂਦੀ ਹੈ ਜਦੋਂ ਅਦਰ ਪਾਰਟੀ ਵੀ ਐਗਰੀ ਕਰ ਜਾਂਦੀ ਹੈ ਕਿ ਹਾਂ ਵੀ ਮੈਂ ਤੁਹਾਡੀ ਬਾਏ ਜਾਂ ਸੈਲ ਕਰਨ ਲਈ ਤਿਆਰ ਹਾਂ। The bargain is struck by an outquery mentioning the price and number of securities controlled by the both the clerks. ਮਤਲਬ ਪ੍ਰਾਈਸ ਵੀ ਡਿਸਾਈਡ ਹੋ ਜਾਂਦੀ ਤੇ ਨੰਬਰ ਆਫ ਸਿਕਿਉਰਿਟੀਜ਼ ਵੀ ਡਿਸਾਈਡ ਹੋ ਜਾਂਦੀ ਹੈ ਅਤੇ ਬਾਰਗਨਿੰਗ ਪਾਵਰ ਵੀ ਸਟੋਪ ਹੋ ਜਾਂਦੀ ਹੈ।
द बार्गेन इज़ नोटेड बाय बोथ द पार्टीज इन देयर नोटबुक, और फिर प्राइस ਆਪਾਂ ਲਿਖ ਲੈਂਦੇ ਹਾਂ ਕਿ ਇਸ ਪ੍ਰਾइस ਤੇ ਆਪਾਂ ਡੀਲ ਕਰ ਰਹੇ ਹਾਂ। द स्लिप गिविंग brief details of the bargain is put in a box for making announcement in the official price list for the publicity। ਹੁਣ settlement, the deal has to be settled and finalized on the T+2 day। It means if a trade has taken place on a Monday, then it must be settled by Wednesday। मतलब ਜਦੋਂ ਇੱਥੇ ਡੀਲ ਹੋਈ +2 ਡੇਜ਼ ਕਰ ਦੋ, ਉਦੋਂ ਤੱਕ ਡੀਲ ਸੈਟਲ ਹੋ ਜਾਏਗੀ, ਫਾਈਨਲਾਈਜ਼ ਹੋ ਜਾਏਗੀ। ਆਲ ਟ੍ਰੇਡਿੰਗ ਟੇਕਸ ਪਲੇਸ ਫਰਮ ਮੰਡੇ ਟੂ ਫਰਾਈਡੇ ਬਿਟਵੀਨ 9:50। ਇਹ ਟਾਈਮ ਦਿੱਤਾ ਹੋਇਆ ਪ੍ਰੋਪਰ ਵੀ, ਇਸ ਟਾਈਮ 'ਤੇ ਤੁਸੀਂ ਇੰਡੀਅਨ ਸਟੈਂਡਰਡ ਟਾਈਮ ਦੇ ਅਕੋਰਡਿੰਗ ਇਸ ਟਾਈਮ 'ਤੇ ਡੀਲ ਕਰ ਸਕਦੇ ਹੋ, ਮੰਡੇ ਟੂ ਫਰਾਈਡੇ। ਦ ਡਿਲੀਵਰੀ ਆਫ ਸ਼ੇਅਰਸ ਇਜ਼ ਮੇਡ ਇਨ ਅ ਡੀਮੈਟੀਰੀਅਲਾਈਜ਼ਡ ਫਾਰਮ, ਮਤਲਬ ਆਨਲਾਈਨ ਫਾਰਮ। ਆਲ ਸਟਾਕ ਐਕਸਚੇਂਜ ਹੈਵ ਔਨ ਕਲੀਅਰਿੰਗ ਹਾਊਸਿਸ ਵਿਚ ਅਸਿਊਮਸ ਆਲ ਸੈਟਲਮੈਂਟ ਰਿਸਕ। ਇਹਨਾਂ ਦੇ ਵਿੱਚ ਕੋਈ ਰਿਸਕ ਨਹੀਂ ਹੁੰਦਾ। ਠੀਕ ਹੈ, ਹੁਣ ਆਪਾਂ ਰੀਡ ਕਰਦੇ ਹਾਂ ਸੇਬੀ ਬਾਰੇ। ਸੇਬੀ ਵਾਜ ਸੈਟਅਪ ਇਨ 1988। ਇਹ 1988 ਦੇ ਵਿੱਚ ਸੈਟਅਪ ਹੋਇਆ ਸੀ ਸੇਬੀ, to regulate the function of the securities market with the viewpoint to promote orderly and healthy development in the stock market। ठीक है, ਵੀ ਸਟਾਕ ਮਾਰਕੀਟ ਆਪਣੀ ਹੈਲਦੀ ਡਿਵੈਲਪਮੈਂਟ ਹੋਵੇ, ਸਿਕਿਉਰਿਟੀ ਹੋਵੇ ਪ੍ਰੋਪਰ, ਤਾਂ ਇਹ ਡਿਵੈਲਪ ਕੀਤਾ ਗਿਆ। SEBI was not able to work as a watchdog and could not control capital market effectively। ठीक है, एज अ watchdog नहीं, मतलब ਜਿਹੜਾ ਸਾਰਾ ਟਾਈਮ ਨਿਗਰਾਨੀ ਰੱਖੇ ਤੇ ਕੰਟਰੋਲ ਨਹੀਂ ਕਰਦਾ ਕੈਪੀਟਲ ਮਾਰਕੀਟ ਨੂੰ ਇਫੈਕਟਿਵਲੀ। ਐਜ਼ ਅ ਰਿਜ਼ਲਟ ਇਟ ਵਾਸ ਗਿਵਨ ਲੀਗਲ ਸਟੇਟਸ ਇਨ May 1992 ਐਜ਼ ਅ ਬੋਡੀ ਕੋਆਪਰੇਟਿਵ ਹੈਵਿੰਗ ਐਗਜ਼ਿਸਟੈਂਸ ਐਂਡ ਪਰਪੈਚੁਅਲ ਸਕਸੈਸ਼ਨ। ਮਤਲਬ ਫਿਰ ਇਸ ਨੂੰ ਲੀਗਲ ਇੱਕ ਪਰਪੈਚੁਅਲ ਸਕਸੈਸ਼ਨ ਮਿਲਿਆ ਕਿ ਇਹ ਚੱਲਦੀ ਹੀ ਰਹੇਗੀ, ਤੇ ਲੀਗਲ ਐਗਜ਼ਿਸਟੈਂਸ ਮਿਲੀ 1992 ਦੇ ਵਿੱਚ, ਤੇ ਕਾਰਪੋਰੇਟ ਬੋਡੀ ਬਣ ਚੁੱਕੀ ਆ ਹੁਣ। ठीक है, objectives of SEBI: protect interest of investors। SEBI was mainly set up to protect the interest of investors। ਕਈ ਵਾਰ ਕੰਪਨੀਜ਼ ਕੀ ਕਰਦੀਆਂ, ਮਿਸਲੀਡ ਕਰ ਦਿੰਦੀਆਂ ਇਨਵੈਸਟਰਸ ਨੂੰ, ਫਾਲ ਇਨਫੋਰਮੇਸ਼ਨ ਦੇ ਦਿੰਦੀਆਂ ਨੇ, ਰੋਂਗ ਇਨਵੈਸਟਮੈਂਟ ਡਿਸੀਜ਼ਨਸ ਬਣਵਾ ਦਿੰਦੀਆਂ ਨੇ। ਤਾਂ ਸੇਬੀ ਪ੍ਰੋਵਾਈਡ ਕਰਦਾ ਟਰੂ ਤੇ ਫੇਅਰ ਪੋਜੀਸ਼ਨ ਕੰਪਨੀਜ਼ ਨੂੰ ਵੀ ਤੇ ਇਨਵੈਸਟਰਸ ਨੂੰ ਵੀ, ਕਿ ਇਨਵੈਸਟਰਸ ਆਪਣਾ ਪ੍ਰੋਪਰ ਇੱਕ ਡਿਸੀਜ਼ਨ ਲੈ ਸਕਣ ਕਿ ਅਸੀਂ ਕਦ ਪਰਚੇਜ਼ ਤੇ ਸੇਲ ਕਰਨੀ ਹੈ ਸਿਕਿਉਰਿਟੀਜ਼। Promotion and development of securities market: SEBI aims to promote healthy security market in India। It has been instrumental in establish transparent trading procedure। It regulates stock exchange and security market to promote, मतलब ਇਹਦੇ ਵਿੱਚ ਰੈਗੂਲੇਟ ਕਰਦੀ ਹੈ ਸਾਰੇ ਸਟਾਕ ਐਕਸਚੇਂਜਿਸ ਤੇ ਸਿਕਿਉਰਿਟੀ ਮਾਰਕੀਟਸ, ਤਾਂ ਕਿ ਇਹ ਸਾਰਾ ਮੈਨੂਪੂਲੇਟ ਨਾ ਕਰ ਸਕੇ, ਹੈਲਦੀ ਸਿਕਿਉਰਿਟੀ ਰਨ ਹੋਵੇ ਤੇ ਟਰਾਂਸਪੇਰੈਂਟ ਸਿਸਟਮ ਹੋਵੇ ਟ੍ਰੇਡਿੰਗ ਦਾ, ਮਤਲਬ ਸਾਰਾ ਆਨਲਾਈਨ ਸਿਸਟਮ ਹੋਵੇ। Regulating securities market: SEBI was established to regulate the working of security market, ਜਿਵੇਂ ਸਟਾਕ ਐਕਸਚੇਂਜਿਸ ਇਹਦੇ ਵਿੱਚ ਸਾਰੇ ਆ ਜਾਂਦੇ ਨੇ, ਬ੍ਰੋਕਰਸ, ਅਦਰ ਇੰਟਰਮੀਡੀਏਰੀਜ਼ ਜੋ ਵੀ ਇਹਨਾਂ ਨੂੰ ਇੰਟਰਲਿੰਕਡ ਕਰਦੇ ਨੇ ਬਾਇਰ ਤੇ ਸੈਲਰ ਨੂੰ। ਮੋਬਿਲਾਈਜੇਸ਼ਨ ਐਂਡ ਐਲੋਕੇਸ਼ਨ ਆਫ ਰਿਸੋਰਸਿਸ: ਠੀਕ ਹੈ, ਮਤਲਬ ਸਿਕਿਉਰਿਟੀ ਮਾਰਕੀਟ ਦੇ ਵਿੱਚ ਓਬਵੀਅਸਲੀ ਆਪਾਂ ਹੈਲਡ ਕਰ ਰਹੇ ਹਾਂ, ਕਿਸੇ ਨੂੰ ਅਗਰ ਪੈਸੇ ਦੀ ਜ਼ਰੂਰਤ ਹੈ ਉਹਨੂੰ ਪੈਸਾ ਮਿਲ ਜਾਂਦਾ, ਜਿਹਨੂੰ ਸਿਕਿਉਰਿਟੀ ਦੀ ਜ਼ਰੂਰਤ ਹੈ ਉਹਨੂੰ ਸਿਕਿਉਰਿਟੀ ਮਿਲ ਜਾਂਦੀ ਹੈ। ਇੱਕ ਹੈਲਦੀ ਕੰਪੀਟੀਸ਼ਨ ਹੁੰਦਾ ਮਾਰਕੀਟ ਦੇ ਵਿੱਚ, ਤੇ ਮਤਲਬ ਫੰਡਸ ਨੂੰ ਪ੍ਰੋਪਰ ਤਰੀਕੇ ਨਾਲ ਅਗਰ ਕਿਸੇ ਪਰਸਨ ਨੇ ਯੂਟੀਲਾਈਜ਼ ਕਰਨਾ ਹੈ, ਇਹ ਉਸ ਨੂੰ ਵੀ ਹੈਲਪ ਕਰਦੀ ਹੈ ਸੇਬੀ ਗਾਈਡ ਕਰਨ ਦੇ ਵਿੱਚ। Providing facilities to intermediaries: a number of intermediaries operate in security market for facilitating transactions। ਬਹੁਤ ਸਾਰੇ brokers, intermediaries ਇਹਦੇ ਵਿੱਚ ਇੰਟਰਲਿੰਕਡ ਹੁੰਦੇ ਨੇ ਕਿ ਆਪਾਂ ਸਾਰੀ ਟ੍ਰਾਂਜੈਕਸ਼ਨਸ ਨੂੰ ਇੱਕ ਕਰਨਾ ਹੁੰਦਾ, ਇਹਨਾਂ ਨੂੰ ਵੀ ਇਹ ਹੈਲਪ ਮਤਲਬ ਬੈਨੀਫਿਟ ਪ੍ਰੋਵਾਈਡ ਕਰਦੀ ਹੈ। The intermediaries are encouraged for providing clean service to investors। ਤਾਂ ਇਹ ਇਨਕਰੇਜ ਹੁੰਦੇ ਨੇ ਕਿ ਅਸੀਂ ਕਲੀਨ ਸਰਵਿਸ ਪ੍ਰੋਵਾਈਡ ਕਰੀਏ ਜਿਹੜੇ ਸਾਡੇ ਥਰੂ ਇਨਵੈਸਟਮੈਂਟ ਕਰ ਰਹੇ ਨੇ ਪਰਸਨਸ। ਦੇ ਆਰ ਆਲਸੋ ਪ੍ਰੋਵਾਈਡਡ ਨੈਸੈਸਰੀ ਇਨਫਰਾਸਟਰਕਚਰ ਸੋ ਦੈਟ ਇਨਵੈਸਟਰ ਗੈਟਸ ਗੁੱਡ ਸਰਵਿਸ। ਇਹ ਵੀ ਇਨਵੈਸਟਰਸ ਨੂੰ ਇੱਕ ਗੁੱਡ ਇਨਫਰਾਸਟਰਕਚਰ ਪ੍ਰੋਵਾਈਡ ਕਰਦੇ ਨੇ ਤਾਂ ਕਿ ਇਨਵੈਸਟਰਸ ਨੂੰ ਸਰਵਿਸ ਅੱਛੇ ਤਰੀਕੇ ਨਾਲ ਮਿਲ ਸਕੇ। ठीक है, नेक्स्ट के केस स्टडी: इन ऑर्डर टू प्रोटेक्ट इन्वेस्टर्स फ्रॉम वेरियस माल प्रैक्टिसेस एंड एक्सप्लॉयटेशन इन सिक्योरिटी मार्केट, गवर्नमेंट ऑफ इंडिया एस्टैब्लिश्ड अ सैपरेट रेगुलेटरी बॉडी। ਕਿ ਬਹੁਤ ਜ਼ਿਆਦਾ ਇਨਵੈਸਟਰਸ ਨੂੰ ਮਾਲ ਪ੍ਰੈਕਟਿਸ ਹੋ ਰਹੀ ਹੈ, ਮਤਲਬ ਉਹਨਾਂ ਨਾਲ ਧੋਖਾ ਹੋ ਰਿਹਾ, ਉਹਨਾਂ ਨੂੰ ਮਤਲਬ ਗਲਤ ਹੋ ਰਿਹਾ ਉਹਨਾਂ ਨਾਲ ਸਿਕਿਉਰਿਟੀ ਮਾਰਕੀਟ ਦੇ ਵਿੱਚ। ਤਾਂ ਗਵਰਨਮੈਂਟ ਆਫ ਇੰਡੀਆ ਨੇ ਕੀ ਕੀਤਾ, ਸੈਪਰੇਟ ਰੈਗੂਲੇਟਰੀ ਬੋਡੀ ਬਣਾਈ। ਦਿਸ ਬੋਡੀ ਵਾਸ ਗਿਵਨ ਦਾ ਟਾਸਕ ਆਫ ਪ੍ਰੋਟੈਕਟਿੰਗ ਦ ਇਨਵੈਸਟਰਸ ਐਂਡ ਟੂ ਡਿਵੈਲਪ ਐਂਡ ਰੈਗੂਲੇਟ ਦ ਸਿਕਿਉਰਿਟੀਜ਼। ਇਹ ਕਿਹੜਾ ਇੰਸਟੀਟਿਊਟ ਬਣਾਇਆ ਫਿਰ ਗਵਰਨਮੈਂਟ ਨੇ ਰੈਗੂਲੇਟਰੀ ਬੋਡੀ? ਸੇਬੀ, ਸਿਕਿਉਰਿਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ। ਸਟੇਟ ਦ ਟੂ ਆਬਜੈਕਟਿਵਸ, ਇਹਨਾਂ ਦੇ ਆਬਜੈਕਟਿਵਸ ਦੱਸੋ। ਇੱਕ ਤਾਂ ਪ੍ਰੋਟੈਕਟ ਕਰਦੀ ਹੈ ਰਾਈਟ ਇਨਵੈਸਟਰਸ ਦਾ, ਇੰਟਰਸਟ ਆਫ ਇਨਵੈਸਟਰਸ। ਇੱਕ ਰੈਗੂਲੇਟ ਕਰਦੀ ਹੈ ਐਕਸਚੇਂਜ ਤੇ ਸਿਕਿਉਰਿਟੀ ਟੂ ਪ੍ਰਮੋਟ ਆਰਡਰਲੀ ਫੰਕਸ਼ਨ। ਠੀਕ ਹੈ, ਹੁਣ ਫੰਕਸ਼ਨਸ ਆਫ ਸੇਬੀ ਆਪਾਂ ਕੱਲ੍ਹ ਦੀ ਕਲਾਸ ਦੇ ਵਿੱਚ ਕੰਟੀਨਿਊ ਕਰਦੇ ਹਾਂ। ਥੈਂਕ ਯੂ।